ਸਲਾਮੁਅਲੈकुम मैडम जी की हाल चाल है। चाचू जी ਤੁਹਾਡੇ ਕੀ ਹਾਲ ਚਾਲ ਨੇ? ਸਦਾ ਤੁਹਾਡੀਆਂ ਠੀਕ ਨੇ। ਅੱਜ ਮੈਂ ਇੱਕ ਹੋਰ ਵੀਡੀਓ ਲੈ ਕੇ ਮੈਡਮ ਜੀ ਤੁਹਾਡੇ ਕੋਲ ਹਾਜ਼ਰ ਹੋਇਆ। ਕਿ ਠੇਕੇਦਾਰ ਸੀਗਾ ਸਾਡੇ ਪਿੰਡ ਰੋਡ ਬਣਾਉਣਾ ਸੀ। ਰੋਡ ਸਾਡੇ ਕੋਲ ਪਿੰਡ ਬਣ ਰਿਹਾ, ਲੇਕਿਨ ਹੋਇਆ ਪਤਾ ਕੀ ਹੈ, ਜਦੋਂ ਤੁਸੀਂ ਇਸ ਬੰਦੇ ਨੂੰ ਠੇਕਾ ਦਿੱਤਾ ਨਾ, ਇਸ ਬੰਦੇ ਨੇ ਕੀ ਕੀਤਾ ਕਿ ਉੱਤੋਂ ਰੋਡ ਦੇ ਉੱਪਰ ਨਾ ਇੰਨੀ ਔਰ ਜਿਹੜਾ ਪਹਿਲੇ ਬਣਿਆ ਸੀ ਟੁੱਟਾ ਭੱਜਾ ਇੰਨਾ ਨਾ ਚੱਕਿਆ, ਚੱਕ ਕੇ ਉੱਤੇ ਪੱਥਰ ਪਾਉਣਾ ਸ਼ੁਰੂ ਕਰਤਾ। ਮੈਡਮ ਜੀ ਉਸ ਬੰਦੇ ਨੇ ਉਹ ਤਕਰੀਬਨ ਕੋਈ 1.5 ਕਿਲੋਮੀਟਰ ਦਾ ਫਾਸਲਾ ਉਹਨੇ ਤੈਅ ਕਰ ਲਿਆ ਸੀਗਾ। ਥੋੜਾ ਮੋਟਾ ਪੱਥਰ ਪਾ ਕੇ ਉਹਨੇ ਕੀ ਕੀਤਾ, ਕੰਮ ਖਰਾਬ। ਮਤਲਬ ਕਿ ਪੈਸੇ, ਮਤਲਬ ਕਿ ਉਹ 4-5 ਗੱਡੀਆਂ ਦੇ ਪੈਸੇ ਬਚਾਉਣਾ ਚਾਹ ਰਿਹਾ ਸੀਗਾ। ਉਹ ਹੋਇਆ ਇਦਾਂ ਕਿ ਉਹਨੂੰ ਨਹੀਂ ਸੀ ਪਤਾ ਕਿ ਇਸ ਪਿੰਡ ਦੇ ਵਿੱਚ ਇਹ ਸਾਡਾ ਵੀਰ ਵੀ ਰਹਿੰਦਾ ਆ, ਇਹ ਸਾਡਾ ਵੀਰ ਵੀ ਇਸ ਕੰਮ ਨੂੰ ਜਾਣਦਾ ਆ ਕਿ ਸੜਕ ਕਿਸ ਤਰੀਕੇ ਨਾਲ ਬਣਦੀ ਆ ਤੇ ਕੀ ਇਹਦੇ ਵਿੱਚ ਪੈਂਦਾ। ਇਹਨੇ ਵੀਰ ਨੇ ਕੀ ਕੀਤਾ, ਰਸ਼ੀਦ ਭਾਈ ਇਹਨਾਂ ਦਾ ਨਾਮ ਆ, ਰਸ਼ੀਦ ਠੇਕੇਦਾਰ ਸਾਹਿਬ। ਮੈਡਮ ਜੀ ਰਸ਼ੀਦ ਠੇਕੇਦਾਰ ਸਾਹਿਬ ਇੱਕ ਬੜਾ ਕਮਾਲ ਦਾ ਬੰਦਾ ਜੀ, ਇਹਨੂੰ ਪਤਾ ਨਹੀਂ ਤੁਸੀਂ ਕਿਉਂ ਇਗਨੋਰ ਕਰ ਜਾਂਦੇ ਆ। ਇਹ ਮੈਂ ਕਹਿੰਦਾ ਜਿਹੜਾ ਕੰਮ ਕਰਦਾ ਪ੍ਰੋਪਰ ਤਰੀਕੇ ਨਾਲ ਕਰਦਾ। ਇਸ ਬੰਦੇ ਨੇ ਜਾ ਕੇ ਸਟੇ ਲਿਆਂਦਾ। ਸਾਨੂੰ ਨਹੀਂ ਸੀ ਮੈਡਮ ਜੀ ਪਤਾ, ਸਾਨੂੰ ਨਹੀਂ ਪਤਾ ਕਿ ਆ ਕਾਰਪੇਟ ਰੋਡ ਕਿਵੇਂ ਬਣਦਾ। ਅਸੀਂ ਉੱਤੇ ਮੁਤਮਿਨ ਹੋ ਜਾਣਾ ਸੀਗਾ। ਉਹਨੇ ਥੋੜਾ ਪੱਟਣਾ ਸੀਗਾ, ਪੱਟ ਕੇ ਉੱਤੇ ਕੇਰੀ ਪਾ ਕੇ ਉੱਤੇ ਪੱਥਰ ਪਾ ਕੇ ਤੇ ਚਲੋ ਜੀ ਇੰਨੀ ਟਾਇਰ ਲਾ ਦੇਣੀ ਸੀਗੀ, ਸਾਡੇ ਪਿੰਡ ਤੱਕ ਪਹੁੰਚ ਜਾਣੀ ਸੀਗੀ। 6 ਮਹੀਨੇ ਮੈਡਮ ਜੀ ਲੰਘਣੇ ਸੀਗੇ ਤੇ ਟੁੱਟ ਜਾਣੀ ਸੀ। ਉਹਨੇ ਫਿਰ ਸਟੇ ਲਿਆਂਦਾ ਮੈਡਮ ਜੀ, ਉਹਨੇ ਸਟੇ ਲਿਆਂਦਾ। ਸਟੇ ਲਿਆ ਕੇ ਫਿਰ ਸਟੇ ਜਿੱਤਿਆ। ਫਿਰ ਮੈਡਮ ਜੀ ਇੰਨੀ ਖੁਦਾਈ ਕਰਨੀ ਪਈ ਉਹਨੂੰ, ਇੰਨੀ ਉਹਨੂੰ ਖੁਦਾਈ ਕਰਨੀ ਪਈ। ਖੁਦਾਈ ਕਰਕੇ ਫਿਰ ਪਿੱਛੇ ਥੱਲੇ ਮਟੀਰੀਅਲ ਮਿੱਟੀ ਸਾਰ ਸ਼ੈ। ਮੈਂ ਕਹਿੰਦਾ ਇਹ ਹੁਣ ਜਿਹੜਾ ਰੋਡ ਨਾ ਸਾਡਾ ਪਿੰਡ ਨੂੰ ਆ ਰਿਹਾ ਜੌੜੇ ਮੋਗਿਆਂ ਦਾ ਤੋੜ ਪੁੱਲ ਤੱਕ ਹੀ, ਮੈਂ ਕਹਿੰਦਾ ਸਭ ਤੋਂ ਪਹਿਲੇ ਤਾਂ ਸਲੂਟ ਆ ਰਸ਼ੀਦ ਭਾਈ ਨੂੰ। ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਾਰਪੇਟ ਰੋਡ ਬਣਨ ਦੇ ਵਿੱਚ ਕਿਹੜਾ ਮਟੀਰੀਅਲ ਤੇ ਕਿੰਨੀ ਇਹਦੀ ਖੁਦਾਈ ਹੁੰਦੀ ਆ ਤੇ ਕੀ ਹਿਸਾਬ ਕਿਤਾਬ ਹੁੰਦਾ। ਇਹਨਾਂ ਨੂੰ ਪਤਾ ਸੀਗਾ। ਇਹਨਾਂ ਨੇ ਆਪਣੀ ਐਫਰਟ ਕਰਕੇ ਸਟੇ ਲਿਆ ਕੇ ਕਾਰਪੇਟ ਰੋਡ ਨੂੰ ਇੱਕ ਪ੍ਰੋਪਰ ਤਰੀਕੇ ਨਾਲ ਬਣਾ ਕੇ ਦਿੱਤਾ। ਹੁਣ ਉੱਪਰ ਐਂਡ ਤੇ ਘੇਰੀ ਪੈ ਗਈ ਆ। ਹੁਣ ਇਹ ਵੇਖੋ ਕਿੰਨੇ ਦਿਨਾਂ 'ਚ ਹੋ ਜਾਂਦੀ ਆ, ਜਿੱਦਾਂ ਹੀ ਇਹ ਮੁਕੰਮਲ ਹੋ ਜਾਣੀ ਆ। ਮੈਂ ਕਹਿੰਦਾ ਸਾਡਾ ਰੋਡ ਆ ਮੈਡਮ ਜੀ, ਇਹ ਰੋਡ ਹੁਣ 15-20 ਸਾਲ ਕਿਤੇ ਵੀ ਨਹੀਂ ਜਾਣਾ ਤੇ ਵੋਟਾਂ ਆਪਣੀਆਂ ਪੱਕੀਆਂ ਹੀ ਆ, ਟੈਨਸ਼ਨ ਨਹੀਂ ਲੈਣੀ ਤੁਸੀਂ। ਕਿਉਂਕਿ ਇਹ ਰੋਡ ਜਿਹੜਾ ਨਾ ਅੱਜ ਤੋਂ ਮੇਰਾ ਵਿਆਹ ਹੋਇਆ ਸੀ 2015 ਦੇ ਵਿੱਚ, ਉਦੋਂ ਦੀ ਇਹ ਸੜਕ ਟੁੱਟੀ ਆ ਤੇ ਮੈਂ ਕਹਿੰਦਾ 10 ਸਾਲ ਲੰਘ ਗਏ ਆ, ਵੱਧ ਖੜਕਾਨ ਬਣ ਗਏ ਸੀਗੇ। ਇੱਥੇ ਹੱਡੀਆਂ ਪਸਲੀਆਂ ਮੋਟਰਸਾਈਕਲਾਂ ਦੀਆਂ ਟੁੱਟਣ ਲੱਗ ਪਈਆਂ ਸੀ। ਲੇਕਿਨ ਹੁਣ ਜਿਹੜਾ ਕਾਰਪੇਟ ਰੋਡ ਮੈਡਮ ਜੀ ਬਣ ਜਾਣਾ ਨਾ, ਮੈਂ ਕਹਿੰਦਾ ਤੁਹਾਨੂੰ ਵੀ ਸਲਾਮ ਆ, ਤੁਸੀਂ ਗ੍ਰਾਂਟ ਦਿੱਤੀ ਹੈ ਨਾ, ਤੁਹਾਨੂੰ ਵੀ ਸਲਾਮ ਆ ਤੇ ਇਹ ਪਿੰਡ ਵਾਲਿਆਂ ਨੂੰ ਵੀ ਸਲਾਮ ਆ। ਕਿਉਂਕਿ ਮੈਡਮ ਜੀ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਆ, ਜਦੋਂ ਕੋਈ ਬੰਦਾ ਅੱਗੇ ਲੱਗਦਾ ਨਾ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ। ਹੁਣ ਰਸ਼ੀਦ ਭਾਈ ਨੇ ਸਟੇ ਲਿਆ ਕੇ ਸਾਰਾ ਕੁਝ ਕਰਵਾ ਕੇ ਕਰ ਵੀ ਦਿੱਤਾ। ਲੇਕਿਨ ਇਹ ਸਾਡੀ ਆਵਾਮ ਜਿਹੜੀ ਹੈ ਨਾ ਕਿਸੇ ਤੋਂ ਖੁਸ਼ ਨਹੀਂ ਹੋ ਸਕਦੀ। ਖੁਸ਼ ਕਿਉਂ ਨਹੀਂ ਹੋ ਸਕਦੀ? ਇਹ ਆਪਣੇ ਜਿਹੜਾ ਕਰੀਬੀ ਬੰਦਾ ਹੁੰਦਾ ਨਾ ਪਿੰਡ ਵਾਲਾ, ਖਾਸ ਕਰ ਉਹ ਤੋਂ ਸੜਦੀ ਬਹੁਤ ਹੁੰਦੀ ਆ। ਅੱਲਾ ਜਾਣੇ ਪਤਾ ਨਹੀਂ ਕਿਉਂ ਸੜਦੀ ਆ। ਰੱਬ ਅੱਗੇ ਦੁਆ ਕਰਨੀ ਚਾਹੀਦੀ ਹੈ ਅੱਲਾ ਪਾਕ ਸਭ ਨੂੰ ਦੇਵੇ। ਅਗਰ ਕਿਸੇ ਨੇ ਕੋਈ ਕੰਮ ਚੰਗਾ ਕਰਤਾ ਤੇ ਉਹਦਾ ਕਹਿਣਾ ਚਾਹੀਦਾ ਚੰਗਾ ਕੰਮ ਕੀਤਾ। ਬਾਕੀ ਮੈਡਮ ਜੀ ਉਹ ਜਿਹੜੀ ਮੈਂ ਪੁਲੀਆਂ ਦੀ ਗੱਲ ਕੀਤੀ ਸੀ ਨਾ, ਉਹ ਪੁਲੀਆਂ ਵਾਲਾ ਕੰਮ ਤੁਸੀਂ ਸਾਡਾ ਲਾਜ਼ਮੀ ਕਰਕੇ ਦਿਓ, ਤੁਹਾਡੀ ਮਿਹਰਬਾਨੀ। ਉਹ ਹੁਣ ਅੱਲਾ ਜਾਣੇ ਜ਼ਿਮੀਂਦਾਰਾਂ ਨੇ ਸਟੇ ਲਿਆ ਪੁਲੀਆਂ ਦਾ ਜਾਂ ਕਿੰਨੇ ਲਿਆ ਆ ਸਟੇ। ਹੋ ਸਕਦਾ ਕੋਈ ਕਹਿਣ ਕਿ ਪੁਲੀ ਤੁਸੀਂ ਤੰਗ ਕਰਤੀ। ਜਿਹੜੀ ਗੌਰਮੈਂਟ ਦੇ ਸਾਈਜ਼ ਹੁੰਦੇ ਆ, ਕਿੰਨੀਆਂ ਪੈਲੀਆਂ ਨੂੰ ਕਿੰਨਾ ਮੋਗਾ ਛੱਡਣਾ, ਉਸ ਹਿਸਾਬ ਨਾਲ ਪੁਲੀਆਂ ਬਣੀਆਂ ਨੇ। ਲੇਕਿਨ ਉਹਦਾ ਮੈਨੂੰ ਲੱਗਦਾ ਸਟੇ ਆ ਗਿਆ ਤੇ ਆ ਸਾਡੇ ਪਿੰਡ ਵਾਲੇ ਸਾਡਾ ਵੀ ਮਜ਼ਾਕ ਬਣਾਉਂਦੇ ਆ ਕਿ ਆ ਤੁਹਾਡੇ ਕੋਲ ਪੁਲੀਆਂ ਨਹੀਂ ਬਣਦੀਆਂ। ਬਣਾਉਣ ਨੂੰ ਤੇ ਅਸੀਂ ਪਿੰਡ ਵਾਲੇ ਰਲ ਕੇ ਬਣਾ ਸਕਦੇ, ਲੇਕਿਨ ਅੱਲਾ ਜਾਣੇ ਕੀ ਆ ਜਿਹੜੇ ਗੌਰਮੈਂਟ ਦੇ ਪੈਸੇ ਆਏ ਆ ਉਹ ਕਿਸੇ ਪਾਸੇ ਲੱਗਣ। ਤੇ ਤੁਹਾਡੀ ਮਿਹਰਬਾਨੀ ਉੱਤੇ ਵੀ ਭੋਰਾ ਗੌਰ ਕਰੋ। ਤੇ ਇਹ ਦੇ ਲੋ ਸਾਨੂੰ ਸਾਡੇ ਵੱਲੋਂ ਤੁਹਾਨੂੰ ਸਲਾਮ ਆ। ਲਵ ਯੂ ਹੋ ਗਿਆ। ਮਿਲਦੇ ਆ ਅਗਲੀ ਵੀਡੀਓ 'ਚ।